ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਏਈ ਬੰਧਨਾ, ਫਿਰ ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਭਇਐ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਵਿਚਾਰ 7ਵੀਂ ਪੌੜੀ ਦੇ ਨਾਲ ਜੋ ਦੂਸਰਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਦਰਜ ਕੀਤਾ ਹੋਇਆ ਹੈ, ਉਸ ਪਾਵਨ ਸ਼ਲੋਕ ਦਾ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਮੈਂ ਪਰਸੋਂ ਵੀ ਤੇ ਕੱਲ ਵੀ ਇਹ ਬੇਨਤੀ ਕੀਤੀ ਸੀ ਕਿ ਪੌੜੀ ਸੇਵਾ ਦੀ ਹੈ। ਵਿਆਖਿਆ ਕਰਨ ਵਾਸਤੇ ਸ਼ਲੋਕ ਸਤਿਗੁਰਾਂ ਨੇ ਹਉਮੈ ਦੇ ਦਿੱਤੇ ਨੇ, ਤੇ ਮੈਂ ਉਸ ਦਿਨ ਵੀ ਕਿਹਾ ਸੀ, ਯਾਦ ਰੱਖਿਓ, ਜੇ ਹਉਮੈ ਖਤਮ ਹੋਵੇਗੀ ਤੇ ਤਾਂ ਹੀ ਸੇਵਾ ਕੀਤੀ ਜਾਣੀ ਹੈ। ਸੇਵਾ ਕੀਤੀ ਹੋਈ ਪ੍ਰਵਾਨ ਉਹ ਹੈ, ਸਾ ਸੇਵਾ ਕੀਤੀ ਸਫਲ ਹੈ। ਕਿਹੜੀ? ਜਿਤ ਸਤਿਗੁਰ ਕਾ ਮਨ ਮੰਨੇ। ਮੈਂ ਹਉਮੈ ਦੇ ਵਿੱਚ ਕਰਦਾ, ਮੇਰਾ ਤੇ ਮਨ ਮੰਨ ਚੁੱਕਾ ਹੈ, ਮੈਂ ਆਪਣੇ ਆਪ 'ਚ ਸੈਟਿਸਫਾਈ ਹੋ ਚੁੱਕਾ ਹਾਂ, ਮੈਂ ਠੀਕ ਹੈ, ਮੈਂ ਵਧੀਆ ਸੇਵਾ ਕੀਤੀ ਹੈ। ਪਰ ਇਹ ਗੁਰੂ ਨੂੰ ਪੁੱਛ ਕੇ ਤੇਰੀ ਸੇਵਾ ਪ੍ਰਵਾਨ ਹੋਈ ਹੈ ਕਿ ਨਹੀਂ ਹੋਈ। ਜੇ ਨਹੀਂ ਹੋਈ ਤੇ ਕਿੱਥੇ ਕਾਰਨ ਕੀ ਘਾਟ ਰਹਿ ਗਈ? ਸਤਿਗੁਰੂ ਕਹਿੰਦੇ ਉਹ ਘਾਟ ਸੀ ਹਉਮੈ ਦੀ, ਤੂੰ ਸੇਵਾ ਵੀ ਹਉਮੈ ਦੇ ਵਿੱਚ ਹੀ ਕਰਦਾ ਰਿਹਾ। ਇਹ ਹਉਮੈ ਦੇ ਵਿੱਚ ਜੀਵ ਆਉਂਦਾ ਹੈ, ਜਾਂਦਾ ਹੈ, ਦਾਨ ਪੁੰਨ ਕਰਦਾ ਹੈ, ਤਪ ਸਾਧਦਾ ਹੈ, ਬੰਦਗੀ ਕਰਦਾ, ਜੋ ਕਰਮ ਵੀ ਹੈ। ਸਤਿਗੁਰੂ ਕਹਿਣ ਲੱਗੇ ਇੰਨਾ ਕੁ ਇਹ ਭਿਆਨਕ ਰੋਗ ਹੈ, ਇਹ ਮਨੁੱਖ ਨੂੰ ਕਿਤੇ ਨਹੀਂ ਛੱਡਦਾ, ਉੱਥੇ ਹੀ ਜਾ ਕੇ ਦਬੋਚ ਲੈਂਦਾ ਹੈ। ਇਹ ਵਿਚਾਰ ਆਪਾਂ ਪਹਿਲੇ ਸ਼ਲੋਕ ਦੇ ਵਿੱਚ ਕੱਲ ਕੀਤੀ ਸੀ, ਤੇ ਕੱਲ ਇਹਨਾਂ ਪੰਕਤੀਆਂ ਤੇ ਸਮਾਪਤੀ ਕੀਤੀ ਸੀ। ਹੁਕਮੈ ਹਉਮੈ ਬੂਝੈ, ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੈ ਤੇਹਾ ਵੇਖ। ਯਾਦ ਰੱਖਿਓ, ਜਿਹੜਾ ਇਹ ਹਉਮੈ ਨੂੰ ਸਮਝਣਾ ਹੈ ਨਾ, ਇਹ ਬੜੀ ਕਠਿਨ ਗੱਲ ਹੈ। ਸਤਿਗੁਰੂ ਕਹਿੰਦੇ ਜਦੋਂ ਤੈਨੂੰ ਹਉਮੈ ਦੀ ਸਮਝ ਪੈ ਗਈ ਤੇ ਤੈਨੂੰ ਰੱਬ ਦੇ ਘਰ ਦਾ ਜਿਹੜਾ ਉਹ ਦਰਵਾਜ਼ਾ ਮਿਲ ਜਾਣਾ ਹੈ। ਉਹ ਹਉਮੈ ਨੂੰ ਹੁਣ ਸਮਝਣਾ ਕਿੱਦਾਂ ਹੈ, ਉਹਦੀ ਜਾਣਕਾਰੀ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੂਸਰੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਦੂਸਰਾ ਸ਼ਲੋਕ ਹੈ ਜੀ ਮਹੱਲਾ ਦੂਜਾ। ਇਹ 7ਵੀਂ ਪੌੜੀ ਦੇ ਨਾਲ 2 ਸ਼ਲੋਕ ਨੇ। ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਹੈ ਤੇ ਦੂਸਰਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਕਹਿਣਗੇ ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਜਾਤ ਦੇ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਅਰਥ ਆਏ ਨੇ, ਪਰ ਇੱਥੇ ਆਪਾਂ ਨੂੰ ਸਭ ਤੋਂ ਫਿੱਟ ਪਵੇਗਾ ਜੇ ਜਾਤ ਦਾ ਅਰਥ ਜਨਮ ਕਰ ਲਈਏ, ਉਤਪਤੀ ਪੈਦਾਇਸ਼ ਕਰ ਲਈਏ। ਤੇ ਸਤਿਗੁਰੂ ਕਹਿਣ ਲੱਗੇ ਭਲਿਆ ਹਉਮੈ ਜਿਹੜੀ ਇਹ ਜਨਮ ਤੋਂ ਪੈਦਾ ਹੁੰਦੀ ਹੈ। ਹਉਮੈ ਏਹਾ ਜਾਤ ਹੈ। ਹਉਮੈ ਇਹ ਇੱਕ ਚੀਜ਼ ਹੈ, ਕਿਉਂਕਿ ਅੱਗੇ ਜਾ ਕੇ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਹੈ ਕਿ ਇਹਨੂੰ ਪਰਮਾਤਮਾ ਨੇ ਪੈਦਾ ਕੀਤਾ। ਜੇ ਪਰਮਾਤਮਾ ਨੇ ਪੈਦਾ ਕੀਤਾ ਹੈ, ਉਹਨੇ ਜੀਵ ਦੇ ਨਾਲ ਹੀ ਹਉਮੈ ਜਿਹੜੀ ਸੀ ਉਹ ਪੈਦਾ ਕਰਕੇ ਰੱਖ ਦਿੱਤੀ। ਅਸਲ ਦੇ ਵਿੱਚ ਹਉਮੈ ਮਾੜੀ ਨਹੀਂ ਸੀ। ਹਉਮੈ ਇੱਕ ਜਜ਼ਬਾ ਸੀ ਜਿਹਦੇ ਤੋਂ ਕੁਦਰਤ ਦਾ ਸੰਚਾਰ ਜਿਹੜਾ ਚੱਲਦਾ ਸੀ, ਸੰਸਾਰ ਜਿਹੜਾ ਹੈ
ਉਹ ਤਰੱਕੀ ਵੱਲ ਵੱਧਦਾ ਸੀ। ਜੇ ਹਉਮੈ ਨਾ ਹੋਵੇਗੀ ਤੇ ਯਾਦ ਰੱਖਿਓ, ਠੀਕ ਹੈ ਅਸੀਂ ਕਥਾ ਵਾਲੇ ਰੌਲਾ ਪਾਉਂਦੇ ਹਉਮੈ ਹਉਮੈ, ਜੇ ਹਉਮੈ ਨਾ ਹੋਵੇਗੀ ਤੇ ਸੰਸਾਰ ਤਰੱਕੀ ਨਹੀਂ ਕਰ ਸਕਦਾ। ਮੈਂ ਕੱਲ ਇੱਕ ਉਦਾਹਰਨ ਦਿੱਤੀ ਸੀ ਇੱਥੇ ਸਮਾਪਤੀ ਵੇਲੇ, ਮਨੁੱਖ ਜਿੰਨਾ ਚਿਰ ਹਉਮੈ 'ਚ ਉਹ ਕਹਿੰਦਾ ਕਿ ਮੇਰਾ ਘਰ ਹੈ, ਮੇਰਾ ਪਰਿਵਾਰ ਹੈ, ਮੇਰੀ ਕੋਠੀ ਹੈ, ਮੇਰੀ ਕਾਰ ਹੈ, ਜਦੋਂ ਮੇਰੀ ਖਤਮ ਹੋ ਗਈ ਉਦੋਂ ਫਿਰ ਕੋਠੀ ਵੀ ਕੀ ਕਰਨੀ ਹੈ, ਉਦੋਂ ਫਿਰ ਕਾਰ ਵੀ ਕੀ ਕਰਨੀ ਹੈ, ਉਦੋਂ ਪਰਿਵਾਰ ਵੀ ਕੀ ਕਰਨਾ ਹੈ। ਇਹ ਬੜਾ ਮਸਲਾ ਗੁੰਝਲਦਾਰ ਹੈ। ਸਾਨੂੰ ਪਰਿਵਾਰ ਨੂੰ ਚੰਗਾ ਉਦੋਂ ਪਰਿਵਾਰ ਚੰਗਾ ਲੱਗਦਾ ਹੈ, ਘਰ ਚੰਗਾ ਉਦੋਂ ਲੱਗਦਾ ਜਦੋਂ ਉਹਦੇ 'ਚੋਂ ਰਸ ਆਉਂਦਾ ਹੈ। ਜਿਹਦੇ ਵਿੱਚੋਂ ਰਸ ਨਹੀਂ ਆ ਰਿਹਾ ਉਹ ਕੰਮ ਤੁਸੀਂ ਕਦੇ ਨਹੀਂ ਕਰੋਗੇ। ਇੱਕ ਤੁਹਾਡੀ ਕੋਠੀ ਹੈ, ਇੱਕ ਤੁਹਾਡੀ ਕੋਠੀ ਦੇ ਨਾਲ ਕੋਠੀ ਪਈ ਹੋਈ, ਉਹ ਕਿਸੇ ਦੀ ਖਾਲੀ ਪਈ ਹੋਈ ਹੈ। ਸਮਝਣ ਵਾਸਤੇ ਇੱਕ ਉਦਾਹਰਨ, ਉਹਦੇ ਵਿੱਚ ਰੋਜ਼ ਕੂੜਾ ਕਰਕਟ ਪੈ ਰਿਹਾ, ਘੱਟਾ ਮਿੱਟੀ ਆ ਰਿਹਾ, ਗੰਦਗੀ ਆ ਰਹੀ ਹੈ, ਜਾਲੇ ਰਗ ਰਹੇ ਨੇ, ਹੌਲੀ ਹੌਲੀ ਸੀਮਟ ਝੜ ਰਿਹਾ, ਸਲਾਬਾ ਪੈ ਰਿਹਾ ਹੈ। ਕਦੀ ਘਰ ਵਾਲੇ ਨੇ ਕਿਸੇ ਤੁਸੀਂ ਆਖਿਆ ਕਿ ਫਲਾਣੇ ਲਾਗੇ ਵਾਲੀ ਕੋਠੀ ਨੂੰ ਰੰਗ ਕਰਾ ਦਈਏ? ਕਦੀ ਨਹੀਂ ਆਖਦੇ। ਆਪਣੀ ਕੋਠੀ ਨੂੰ ਅਸੀਂ ਸਾਲ ਬਾਅਦ ਕਹਿੰਦੇ ਯਾਰ ਇਹਨੂੰ ਰੰਗ ਕਰਾ ਦਈਏ, ਡਿਜ਼ਾਈਨ ਬਦਲਾ ਦਈਏ ਥੋੜ੍ਹਾ ਜਿਹਾ, ਇਹਦਾ ਕੁਝ ਵਧੀਆ ਇਹਦੇ ਵਾਸਤੇ ਕੋਈ ਰੰਗ ਕੋਈ ਆਪਾਂ ਜਿਹੜਾ ਸੀ ਉਹ ਚੁਣ ਕੇ ਤੇ ਲਾ ਦਈਏ। ਕਿਉਂ? ਆਪਣੀ ਕੋਠੀ ਦੇ ਵਿੱਚੋਂ ਰਸ ਹੈ। ਮੇਰੀ ਕੋਠੀ ਕੋਈ ਵੇਖੇਗਾ ਆਖੇਗਾ ਵਾਹ ਵਾਹ ਕਿੱਡੀ ਸੋਹਣੀ ਕੋਠੀ ਬਣਾਈ ਹੈ। ਦੂਜੇ ਦੀ ਕੋਠੀ 'ਚੋਂ ਵੇਖੇਗਾ ਮੈਨੂੰ ਰਸ ਨਹੀਂ ਆਉਣਾ ਕਿਉਂਕਿ ਉਹਦੀ ਕੋਠੀ ਹੈ, ਮੇਰੀ ਨਹੀਂ। ਜਿਹੜੀ ਚੀਜ਼ 'ਚੋਂ ਮੈਨੂੰ ਰਸ ਆਉਂਦਾ ਤਰੱਕੀ ਵੀ ਉਸੇ ਚੀਜ਼ ਦੀ ਹੈ। ਇਹ ਇੱਕ ਸਿਰਫ ਸਮਝਣ ਵਾਸਤੇ। ਆਪਾਂ ਆਪਣੇ ਘਰ ਨੂੰ ਸਵਾਰਦੇ ਹਾਂ ਨਾ, ਬਾਹਰ ਤਾਂ ਨਹੀਂ ਕਿਸੇ ਨੂੰ ਸਵਾਰਦੇ। ਤੁਹਾਡੇ ਘਰ 'ਚ ਥੋੜ੍ਹਾ ਜਿਹਾ ਕੂੜਾ ਹੈ, ਤੁਸੀਂ ਚੁੱਕ ਕੇ ਬਾਹਰ ਮਾਰਦੇ ਜੇ ਤੇ ਗਾਂ ਗਲੀ ਦੇ ਵਿੱਚ ਜਾ ਕੇ ਵੇਖਦੇ ਰੂੜੀ ਦਾ ਢੇਰ ਲੱਗਾ, ਉੱਥੋਂ ਮੂੰਹ 'ਤੇ ਕੱਪੜਾ ਰੱਖ ਕੇ ਲੰਘ ਜਾਂਦੇ। ਉਹਨੂੰ ਕਿਉਂ ਨਹੀਂ ਸਾਫ਼ ਕਰਦੇ? ਕਿਉਂਕਿ ਆਪਣਾ ਮੇਰਾ ਘਰ ਹੈ, ਮੈਂ ਗੰਦਗੀ ਨਹੀਂ ਪੈਣ ਦੇਣੀ। ਘਰ ਦੀ ਸਫਾਈ ਹੋ ਗਈ, ਤਰੱਕੀ ਹੋ ਗਈ। ਜਿੱਥੇ ਰਸ ਹੋਵੇਗਾ ਤਰੱਕੀ ਉੱਥੇ ਹੈ। ਰਸ ਜਿਹੜਾ ਹਉਮੈ 'ਚੋਂ ਪੈਦਾ ਹੁੰਦਾ ਹੈ, ਨਾਮ ਦਾ ਰਸ ਜਿਹੜਾ ਉਹ ਹਉਮੈ ਨੂੰ ਮਾਰ ਕੇ ਪੈਦਾ ਹੁੰਦਾ ਹੈ। ਸੋ ਸਤਿਗੁਰੂ ਜੀ ਇੱਥੇ ਸਾਨੂੰ ਇਹ ਬਖਸ਼ਿਸ਼ ਕਰਦੇ ਨੇ, ਜਿਹੜੀ ਮੈਂ ਬੇਨਤੀ ਕਰ ਰਿਹਾ, ਜਿੰਨਾ ਚਿਰ ਹਉਮੈ ਸੰਸਾਰ ਵੀ ਉਨਾ ਚਿਰ ਹੀ ਗੁਰਮੁਖੋਂ ਚੱਲਦਾ ਹੈ। ਜਦੋਂ ਹਉਮੈ ਖਤਮ ਹੋ ਗਈ, ਮੈਂ ਬੜੀ ਵਾਰੀ ਇਸ ਗੱਲ ਨੂੰ ਸੋਚਿਆ। ਤੁਸੀਂ ਦੇਖੋ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦਾ ਜੀਵਨ ਬਹੁਤ ਸਾਦਾ ਹੁੰਦਾ ਹੈ। ਮੈਂ ਗੁਰੂ ਅੰਗਦ ਦੇਵ ਜੀ ਦਾ ਜਿਸ ਦਿਨ ਪ੍ਰਕਾਸ਼ ਦਿਹਾੜਾ ਸਾਂਝਾ ਕੀਤਾ ਤੁਹਾਡੇ ਨਾਲ, ਉਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਦੀ ਝਲਕ ਆਪਾਂ ਸਾਂਝੀ ਕੀਤੀ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦੇ ਨੇ, ਇੰਨਾ ਕੁ ਸਾਦਾ ਜੀਵਨ ਸੀ ਸਤਿਗੁਰਾਂ ਦਾ। ਭਾਈ ਲਹਿਣਾ ਘੋੜੀ 'ਤੇ ਚੜ੍ਹੇ ਨੇ, ਲਗਾਮਾਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਨੇ ਪਕੜੀਆਂ ਹੋਈਆਂ ਨੇ, ਭਾਈ ਲਹਿਣਾ ਜੀ ਪਹਿਚਾਣ ਨਾ ਸਕੇ। ਇੰਨੀ ਸਾਦਗੀ ਸੀ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ। ਜਿਸ ਜੀਵਨ ਦੇ ਵਿੱਚ ਸਾਦਗੀ ਆ ਗਈ, ਜਿਸ ਜੀਵਨ ਦੇ ਵਿੱਚ ਹਲੇਮੀ ਆ ਗਈ, ਉਹ ਜੀਵਨ ਫਿਰ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪੈਂਦਾ। ਇਹ ਗਾਂ ਪੌੜੀ ਦੇ ਵਿੱਚ ਆਉਣਾ ਹੈ ਕਿ ਉਹ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਏ। ਉਹਦਾ ਫਿਰ ਸੰਸਾਰ ਨਾਲੋਂ ਮੋਹ ਟੁੱਟ ਜਾਂਦਾ ਹੈ। ਜਿੱਥੇ ਮੋਹ ਟੁੱਟ ਜਾਏਗਾ ਉੱਥੇ ਬੰਦਾ ਤਰੱਕੀ ਨਹੀਂ ਕਰ ਸਕਦਾ ਬਾਹਰੀ ਤੌਰ 'ਤੇ। ਸਾਇੰਸ ਕਿਉਂ ਤਰੱਕੀ ਕਰਦੀ ਹੈ? ਕੁਝ ਨਵਾਂ ਚਾਹੀਦਾ ਹੈ ਨਾ ਮੈਨੂੰ। ਬਸ ਦੋ ਚੀਜ਼ਾਂ, ਇਹਨਾਂ 'ਚ ਫਰਕ ਹੈ। ਵਿਗਿਆਨ ਤਰੱਕੀ ਕਰਦੀ ਹੈ, ਉਹ ਨਵੀਂ ਤੋਂ ਨਵੀਂ ਕੋਈ ਨਾ ਕੋਈ ਕਾਢ ਸਾਡੇ ਸਾਹਮਣੇ ਪੇਸ਼ ਕਰਦੀ ਹੈ, ਉਹਦੀ ਖੋਜ ਹੁੰਦੀ ਹੈ। ਇੱਕ ਸੰਤ ਤਰੱਕੀ ਕਰਦਾ ਹੈ ਕਿ ਉਹ ਅੰਦਰੋਂ ਅੰਦਰ ਹੀ ਰੱਬ ਨੂੰ ਖੋਜ ਕੇ ਰੱਬ ਤੱਕ ਪਹੁੰਚਦਾ ਹੈ। ਪਹੁੰਚ ਦੋਵੇਂ ਜਾਂਦੇ ਨੇ। ਤਰੱਕੀ ਆਪੋ ਆਪਣਾ ਕਾਰੋਬਾਰ ਹੈ, ਕੰਮ ਹੈ ਆਪੋ ਆਪਣਾ। ਵਿਗਿਆਨ ਵੀ ਜ਼ਰੂਰੀ। ਅਸੀਂ ਜਿਸ ਸੰਸਾਰ 'ਚ ਰਹੇ ਇਹ 'ਚ ਤਰੱਕੀ ਜ਼ਰੂਰੀ ਹੈ, ਇਹ ਤੋਂ ਬਿਨਾਂ ਜੀਵਨ ਅਸੰਭਵ ਹੈ। ਪਰ ਨਾਲ ਦੀ ਨਾਲ ਬੰਦਗੀ ਵੀ ਜ਼ਰੂਰੀ ਹੈ। ਇਹ ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਅੱਗੇ ਜਾ ਕੇ ਮੈਂ ਜ਼ਿਕਰ ਕਰਨਾ ਕਿ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਏ। ਹਉਮੈ ਮਾੜੀ ਨਹੀਂ, ਪਰ ਅਸੀਂ ਇਹਦੀ ਜਿਹੜੀ ਵਰਤੋਂ ਉਹ ਗਲਤ ਕੀਤੀ ਹੋਈ ਹੈ। ਇਸ ਕਰਕੇ ਜੇ ਤੁਸੀਂ ਇਹ ਭੁਲੇਖਾ ਲੈ ਕੇ ਸ਼ਾਇਦ ਕਥਾ ਸੁਣੋ ਨਾ ਵੀ ਹਉਮੈ ਤੇ ਬਿਲਕੁਲ ਹੀ ਚਲੀ ਜਾਵੇ, ਮੈਂ ਬੇਨਤੀ ਕਰਾਂ ਜਿਸ ਦਿਨ ਹਉਮੈ ਬਿਲਕੁਲ ਚਲੀ ਗਈ ਨਾ, ਭਗਤ ਕਬੀਰ ਸਾਹਿਬ ਦੀ ਹਉਮੈ ਚਲ ਗਈ ਤੇ ਉਹਨਾਂ ਦੀ ਮਾਂ ਰੋਂਦੀ ਫਿਰਦੀ ਸੀ ਕਿ ਕਬੀਰ ਕਮਲਾ ਹੋ ਗਿਆ, ਟੱਬਰ ਕਿੱਦਾਂ ਪਾਲੇਗਾ। ਮੁੱਸ ਮੁੱਸ ਰੋਵੈ ਕਬੀਰ ਕੀ ਮਾਈ, ਇਹ ਬਾਰਿਕ ਕੈਸੇ ਜੀਏ ਰਘੁਰਾਈ। ਕਿਉਂ ਜੀ? ਕਹਿੰਦੇ ਤਨਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਸਾਰਾ ਕੰਮ ਕਾਰ ਛੱਡ ਕੇ ਰੱਬ ਰੱਬ ਕਰਦਾ ਫਿਰਦਾ ਹੈ ਕਬੀਰ ਸਾਹਿਬ। ਮਾਂ ਉਹਨਾਂ ਦੀ ਕਹਿ ਰਹੀ ਹੈ, ਮਾਂ ਰੋਂਦੀ ਫਿਰਦੀ ਹੈ। ਜਿਸ ਦਿਨ ਕੋਈ ਰੱਬ ਦੇ ਨਾਲ ਜੁੜ ਕੇ ਹਉਮੈ ਖਤਮ ਹੋ ਗਈ ਨਾ, ਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਸ਼ਬਦ ਵਰਤੇ ਗਏ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਿਉਂਕਿ ਸਤਿਗੁਰਾਂ ਦੀ ਸੰਸਾਰ ਦੇ ਵਿੱਚ ਰੁਚੀ ਖਤਮ ਹੋ ਗਈ ਸੀ, ਰੁਚੀ ਨਹੀਂ ਸੀ ਸੰਸਾਰ ਵਿੱਚ। ਜਿਸ ਦਿਨ ਹਉਮੈ ਖਤਮ ਹੋ ਗਈ, ਸੰਸਾਰ ਦੀ ਜਿਹੜੀ ਰੁਚੀ ਹੈ ਉਹ ਖਤਮ ਹੋ ਜਾਏਗੀ,
ਨਿਰੰਕਾਰ ਦੇ ਵੱਲ ਧਿਆਨ ਲੱਗ ਪਏਗਾ। ਜੇ ਸੰਸਾਰ ਦੀ ਰੁਚੀ ਖਤਮ ਹੋ ਗਈ ਤੇ ਸੰਸਾਰ ਜਿਹੜਾ ਉਹ ਵਧਣਾ ਜਿਹੜਾ ਬੰਦ ਹੋ ਜਾਏਗਾ। ਸੋ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਹ ਪ੍ਰਮਾਤਮਾ ਨੇ ਹਉਮੈ ਪੈਦਾ ਕੀਤੀ ਹੈ। ਮੈਂ ਕੱਲ ਵੀ ਕਿਹਾ ਸੀ ਇਹ ਇੱਕ ਪ੍ਰਮਾਤਮਾ ਦੀ ਖੇਡ ਹੈ। ਇਹ ਫਿਰ ਉਦਾਹਰਨ ਨਾਲ ਰਿਪੀਟ ਕਰ ਦੇਵਾਂ, ਖੇਡ ਦੇ ਵਿੱਚ ਰੂਲ ਉਦੋਂ ਲਾਗੂ ਹੁੰਦੇ ਨੇ ਜਦੋਂ ਖੇਡ ਖੇਡੀ ਜਾਂਦੀ ਹੈ, ਉਹਦਾ ਗਰਾਊਂਡ ਪਈ ਰਹਿੰਦੀ ਹੈ। ਪਰਮਾਤਮਾ ਨੇ ਖੇਡ ਬਣਾਈ, ਇਹਨੇ ਵਿੱਚ ਹਉਮੈ ਪਾ ਦਿੱਤੀ, ਮਾਇਆ ਪਾ ਦਿੱਤੀ, ਰੂਲ ਲਾਗੂ ਹੋ ਗਏ। ਮਨੁੱਖ ਕੋਈ ਮਾਇਆ 'ਚ ਫਸਿਆ ਫਿਰਦਾ, ਕੋਈ ਹਉਮੈ 'ਚ ਫਸਿਆ ਫਿਰਦਾ, ਇੱਕ ਜਿੱਤ ਗਿਆ, ਇੱਕ ਹਾਰ ਗਿਆ, ਇੱਕ ਜਿੱਤ ਗਿਆ, ਇੱਕ ਹਾਰ ਗਿਆ। ਸੋ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਹਉਮੈ ਇਹਾ ਜਾਤ ਹੈ। ਹਉਮੈ ਭਲਿਆ ਤੇਰੇ ਜਨਮ ਤੋਂ ਪੈਦਾ ਹੋ ਰਹੀ ਹੈ, ਤੇਰੇ ਨਾਲ ਉਤਪਤੀ ਹੋ ਰਹੀ ਹੈ, ਹਉਮੈ ਤੋਂ ਹੀ ਸਾਰਾ ਕੁਝ ਪੈਦਾ ਹੋ ਰਿਹਾ ਹੈ। ਇਹ ਮਤਾ ਮਨ 'ਚ ਭੁਲੇਖਾ ਰੱਖੀ ਕਿ ਮੈਂ ਹਉਮੈ ਛੱਡ ਦੇਵਾਂ, ਇਹਨੂੰ ਕਨਵਰਟ ਕਰਨਾ ਹੈ, ਪਰ ਤਬਦੀਲ ਕਰਨਾ ਹੈ, ਛੱਡਣਾ ਨਹੀਂ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਕਹਿੰਦੇ ਹਉਮੈ ਤੇਰੇ ਜਨਮ ਦੇ ਨਾਲ ਪੈਦਾ ਹੋਈ ਤੇ ਤੂੰ ਹਉਮੈ ਦੇ ਵਿੱਚ ਹੀ ਜਿਹੜੇ ਨੇ ਕਰਮ ਕਰਨੇ ਸ਼ੁਰੂ ਕੀਤੇ। ਕਰਮ ਦਾ ਅਰਥ ਹੈ ਕੰਮ। ਆਪਾਂ ਹੁਣੇ ਇੱਕ ਉਦਾਹਰਨ ਜਿਵੇਂ ਇੱਕ ਆਪਣੇ ਘਰ ਦੀ ਲਈ ਹੈ, ਇਹਨੂੰ ਥੋੜ੍ਹਾ ਜਿਹਾ ਅਗਲੀ ਪੰਕਤੀ ਸਮਝ ਲਈਏ ਫਿਰ ਸੌਖਾ ਹੋ ਜਾਏਗਾ। ਹਉਮੈ ਏਈ ਬੰਧਨਾ। ਹੁਣ ਹਉਮੈ ਤੋਂ ਜਨਮ ਹੋਇਆ, ਜਨਮ ਤੋਂ ਨਾਲ ਕਰਮ ਪੈਦਾ ਹੋ ਗਏ, ਕਰਮਾਂ ਦੇ ਨਾਲ ਮਾਇਆ ਦੇ ਬੰਧਨ ਵੱਜ ਗਏ। ਹਉਮੈ ਏਈ ਬੰਧਨਾ। ਫਿਰ ਜੂਨੀ ਪਾਹੇ। ਉਹਨਾਂ ਬੰਧਨਾਂ ਨੇ ਮਨੁੱਖ ਨੂੰ ਜੂਨਾਂ ਦੇ ਵਿੱਚ ਪਾ ਦਿੱਤਾ। ਫਿਰ ਇਹਦੇ ਅੱਖਰੀ ਅਰਥ ਕਰਦੇ ਹਉਮੈ ਏਈ ਬੰਧਨਾ। ਹਉਮੈ ਇਹੋ ਹੀ ਹੈ, ਮਨੁੱਖ ਨੂੰ ਬੰਧਨਾਂ ਦੇ ਵਿੱਚ ਬੰਨ੍ਹ ਦਿੰਦੀ ਹੈ। ਹਉਮੈ ਕਾਰਨ ਹੀ ਸਤਿਗੁਰੂ ਕਹਿ ਲਗੇ ਫਿਰ ਜੂਨੀ ਪਾਹੇ, ਮਨੁੱਖ ਜੂਨਾਂ ਦੇ ਵਿੱਚ ਪੈਂਦਾ ਜਾਂਦਾ। ਇਹ ਪਹਿਲੀਆਂ ਦੋ ਪੰਕਤੀਆਂ ਦੇ ਅੱਖਰੀ ਅਰਥ ਨੇ, ਇਹਨੂੰ ਥੋੜ੍ਹਾ ਜਿਹਾ ਸਮਝ ਲਈਏ। ਪਰਮਾਤਮਾ ਨੇ ਸਾਡੇ ਜਨਮ ਦੇ ਨਾਲ ਹਉਮੈ ਪੈਦਾ ਕੀਤੀ ਹੈ। ਤੁਸੀਂ ਦੇਖੋ ਛੋਟਾ ਜਿਹਾ ਬੱਚਾ ਨਾ, ਇੱਕ ਉਹ ਇੱਕ ਮਾਂ ਦੀ ਗੋਦ ਦੇ ਵਿੱਚ ਖੇਡਦਾ ਹੈ। ਜਦੋਂ ਮਾਂ ਦੀ ਗੋਦ ਦੇ ਵਿੱਚ ਦੂਸਰਾ ਬੱਚਾ ਆ ਜਾਵੇ ਤੇ ਪਹਿਲੇ ਬੱਚੇ ਨੂੰ ਥੋੜ੍ਹੀ ਜਿਹੀ ਜੈਲਸੀ, ਥੋੜ੍ਹੀ ਜਿਹੀ ਨਫ਼ਰਤ ਹੋਣ ਲੱਗ ਪੈਂਦੀ, ਜਿਹੜੀ ਗੋਦ 'ਚ ਮੈਂ ਖੇਡਦਾ ਇਹ ਦੂਸਰਾ ਕੌਣ ਆ ਗਿਆ। ਇਹ ਬੱਚਿਆਂ ਦੇ ਵਿੱਚ ਹੁਣ ਬੱਚੇ ਨੂੰ ਕਿੰਨੇ ਹਉਮੈ ਸਿਖਾ ਦਿੱਤੀ ਜੀ। ਚਲੋ ਮੈਂ ਇਹਦੀ ਤਾਜ਼ੀ ਉਦਾਹਰਨ ਦਿੰਦਾ, ਸਾਡੀ ਫੈਮਿਲੀ ਦੇ ਵਿੱਚ ਘਟੀ। ਇਹ ਸਾਡੇ ਘਰ ਇੱਕ ਪਿਛਲੇ ਸਮੇਂ ਦੇ ਵਿੱਚ ਛੋਟਾ ਜਿਹਾ ਕਾਕਾ ਆਇਆ, ਕਈਆਂ ਨੂੰ ਪਤਾ ਹੋਣਾ ਹੈ। ਇੱਕ ਸਾਡੀ ਸਰੀਕੇ ਬਰਾਦਰੀ ਦੇ ਵਿੱਚ ਮੇਰਾ ਭਰਾ ਸੀ, ਉਹਦੇ ਘਰ ਦੇ ਵਿੱਚ ਗੁੜੀਆ ਸੀ, ਉਹ ਤਕਰੀਬਨ 4 ਸਾਲ ਦੀ ਹੈ, 4-5 ਸਾਲ ਦੀ। ਹੁਣ ਉਹ ਸਾਡੇ ਘਰ ਦਾ ਮਾਹੌਲ ਦੇਖਦੀ ਹੈ ਵੀ ਕਾਕੇ ਨੂੰ ਸਾਰੇ ਚੁੱਕੀ ਫਿਰਦੇ ਨੇ, ਸਾਰੇ ਖਿਡਾਉਂਦੇ ਨੇ, ਸਾਰੇ ਪਿਆਰ ਕਰਦੇ। ਉਹ ਸੁਭਾਵਕ ਸੀ, ਜਿਹੜਾ ਵੱਡਾ ਬੱਚਾ ਉੱਧਰੋਂ ਮੂੰਹ ਘੜ ਕੇ ਤੇ ਨਿੱਕੇ ਦੀ ਪਾਲਣਾ ਪੋਸ਼ਣਾ ਜ਼ਿਆਦਾ ਹੀ ਹੈ। ਉਹਦੀ ਇੱਕ ਦਿਨ ਮਾਂ ਕਹਿਣ ਲੱਗੀ ਕਿ ਪੁੱਤਰ ਤੂੰ ਵੀ ਰੱਬ ਅੱਗੇ ਅਰਦਾਸ ਕਰ, ਰੱਬ ਤੈਨੂੰ ਵੀ ਛੋਟਾ ਜਿਹਾ ਵੀਰ ਦੇਵੇ। ਉਹਦਾ ਜਵਾਬ ਪਤਾ ਕੀ ਸੀ 4 ਸਾਲ ਬੱਚੀ ਦਾ? ਕਹਿੰਦੀ ਤੁਸੀਂ ਕਾਕਾ ਕੀ ਕਰਨਾ, ਮੈਂ ਜੋ ਹੈਗਾ। ਜਦੋਂ ਮੈਂ ਗੱਲ ਸੁਣੀ ਮੇਰੇ ਮਨ 'ਚ ਉਸੇ ਵੇਲੇ ਬੱਚੀ, ਇਹਦੇ ਅਹੰਕਾਰ ਨੂੰ ਸੱਟ ਵੱਜੇਗੀ ਜੇ ਦੂਜਾ ਆ ਗਿਆ। ਹਾਲਾਂਕਿ ਉਹਨੂੰ ਪਤਾ ਨਹੀਂ ਇਹ ਗੱਲ ਦਾ ਇਹਦੇ ਅਰਥ ਕੀ ਬਣਦੇ ਨੇ, ਪਰ ਉਹਨੂੰ ਅਹੰਕਾਰ ਨੂੰ ਸੱਟ ਹੈ। ਜੇ ਮੇਰੀ ਜਗ੍ਹਾ ਦੂਜਾ ਆ ਗਿਆ, ਜੇ ਦੂਸਰੇ ਘਰ ਦੇ ਵਿੱਚ ਚਾਚੇ ਦੇ ਘਰ ਦੇ ਵਿੱਚ ਕਾਕਾ ਆਇਆ ਹੈ, ਮੇਰੀ ਪੁੱਛ ਪੜਤਾਲ ਉੱਠ ਗਈ ਹੈ। ਮੇਰੀ ਮਾਂ ਦੇ ਕੋਲ ਨਵਾਂ ਕਾਕਾ ਆ ਗਿਆ ਤੇ ਪੁੱਛ ਪੜਤਾਲ ਮੇਰੀ ਵੀ ਖਤਮ ਹੋ ਜਾਣੀ ਹੈ। ਸਤਿਗੁਰੂ ਕਹਿੰਦੇ ਹਉਮੈ ਇਹੀ ਬੰਧਨਾ। ਇੱਥੇ ਕਹਿਣ ਲੱਗੇ ਹਉਮੈ ਇਹਾ ਜਾਤ। ਮੈਨੂੰ ਉਹ ਸ਼ਲੋਕ ਚੇਤਾ ਆਇਆ, ਵਾਹ ਸਤਿਗੁਰੂ, ਵਾਕਈ ਇਹ ਜਨਮ ਤੋਂ ਹਉਮੈ। ਇਹ 4 ਸਾਲ ਦੇ ਬੱਚੇ ਨੂੰ ਕਿਹਨੇ ਦੱਸੀ ਇਹ ਗੱਲ ਜੀ? ਪਰ ਉਹਦੇ ਅੰਦਰ ਹਉਮੈ ਪ੍ਰਬਲ ਹੈ। ਇਹ ਥੋੜ੍ਹੇ ਦਿਨ ਪਹਿਲਾਂ ਸਾਡੇ ਘਟਨਾ ਘਟੀ, ਵੇਖ ਕੇ ਕੁਝ ਚੀਜ਼ਾਂ ਸਾਡੇ ਸਾਹਮਣੇ ਅਰਥ ਗੁਰਬਾਣੀ ਰੱਖਦੀ ਹੈ। ਬਚਪਨ ਦੇ ਵਿੱਚ ਬੱਚੇ ਨੂੰ ਜਿਹੜਾ ਹੈ ਹਉਮੈ ਆਣ ਕੇ ਜਨਮ ਤੋਂ ਹੀ ਪੈਦਾ ਹੋ ਰਹੀ ਹੈ ਨਾਲ। ਹੁਣ ਜਨਮ ਹੋ ਗਿਆ ਹਉਮੈ ਦੇ ਵਿੱਚ, ਇਹ ਹਉਮੈ ਨਾਲ ਹੌਲੀ ਹੌਲੀ ਪ੍ਰਬਲ ਹੁੰਦੀ ਜਾ ਰਹੀ ਹੈ। ਛੋਟਾ ਜਿਹਾ ਬੱਚਾ ਦੇਖੋ ਖਿਡੌਣੇ ਨਹੀਂ ਕਿਸੇ ਨੂੰ ਦਿੰਦਾ, ਵੱਡਾ ਹੋ ਕੇ ਆਪਣੀ ਜਾਇਦਾਦ ਕਿਸੇ ਨੂੰ ਨਹੀਂ ਦਿੰਦਾ। ਕੰਮ ਉੱਥੇ ਹੀ ਹੈ। ਪਹਿਲਾਂ ਛੋਟੀ ਰਿਮੋਟ ਵਾਲੀ ਗੱਡੀ ਲਈ ਫਿਰਦਾ ਸੀ, ਹੁਣ ਵੱਡੀ ਡੀਜ਼ਲ ਪੈਟਰੋਲ ਵਾਲੀ ਗੱਡੀ ਲਈ ਫਿਰਦਾ। ਉਹਨੂੰ ਨਹੀਂ ਸੀ ਭੈਣ ਭਰਾ ਨੂੰ ਹੱਥ ਲਾਉਣ ਦਿੰਦਾ, ਹੱਥ ਇਹਨੂੰ ਵੀ ਨਹੀਂ ਲਾਉਣ ਦਿੰਦਾ, ਕਹਿੰਦਾ ਮੇਰੀ ਮਰਜ਼ੀ ਤੋਂ ਬਿਨਾਂ ਕਿੱਦਾਂ ਹੱਥ ਲਾ ਲਿਆ। ਹਉਮੈ ਹੈ। ਛੋਟੇ ਜਿਹੇ ਬੱਚੇ ਨੂੰ ਖਿਡੌਣੇ ਤੁਸੀਂ ਖੋ ਕੇ ਵੇਖੋ ਕਦੇ, ਕਿੱਦਾਂ ਤੁਹਾਡੇ ਦੁਆਲੇ ਹੁੰਦੇ ਨੇ, ਉਹ ਹੱਥ ਨਹੀਂ ਲਾਉਣ ਦਿੰਦੇ। ਹਉਮੈ ਅੰਦਰ ਮੇਰੀ ਹੈ, ਇਹ ਖਿਡੌਣੇ ਮੇਰੇ ਨੇ, ਆਹ ਚੀਜ਼ਾਂ ਮੇਰੀਆਂ ਨੇ। ਸਤਿਗੁਰੂ ਕਹਿੰਦੇ ਹਉਮੈ ਜਨਮ ਤੋਂ ਪੈਦਾ ਹੋਈ। ਹੁਣ ਹਉਮੈ ਦੇ ਵਿੱਚ ਜੀਵ ਨੇ ਫਿਰ ਕਰਮ ਕਰਨੇ ਸ਼ੁਰੂ ਕੀਤੇ। ਜਿਵੇਂ ਉਦਾਹਰਨ ਲਈ ਕਿ ਆਹ ਚੀਜ਼ ਮੇਰੀ ਹੈ, ਮੇਰਾ ਖਿਡੌਣਾ ਹੈ, ਮੈਂ ਇਹਦੇ ਨਾਲ ਖੇਡਾਂਗਾ, ਮੇਰਾ ਘਰ ਹੈ, ਮੈਂ ਇਹਦੇ ਵਿੱਚ ਰਵਾਂਗਾ। ਕਰਮ ਕਰਨੇ ਸ਼ੁਰੂ ਹੋ ਗਏ ਨਾ। ਕਰਮ ਜਿਹੜੇ ਸਨ ਉਹ ਹਉਮੈ ਦੇ ਵਿੱਚ ਸਨ। ਕਰਮ ਤੋਂ ਗਾਂਹ ਫਿਰ ਬੰਧਨ ਬਣ ਗਏ। ਮਾਇਆ ਜਿਹੜੀ ਸੀ ਇਹ ਰੁਜ਼ਗਾਰ ਸੀ, ਇਹ ਇੱਕ ਗੁਜਰਾਨ ਸੀ। ਪਰ ਮੈਂ ਮੇਰੀ ਦੇ ਵਿੱਚ ਕਰਮ ਬਣਾ ਕੇ ਮਨੁੱਖ ਮਾਇਆ ਦੇ ਮਗਰ ਭੱਜਿਆ। ਮਾਇਆ ਨੇ ਬੰਧਨ ਇੰਨੇ ਕੁ ਬਣਾ ਲਏ
ये बंधन बन के मनुख नूं हुण छड्ड नहीं रही। सतगुरु कहंदे हौमे तो जन्म होया, जन्म तो कर्म बने, कर्म तो बंधन बन गए। हुण जिद्दां दे बंधन ने, बंधन तो साडा विहार बन जांदा जीवन दा। जिद्दां दे बंधन ने सतगुरु कह लगे उदां दी गां तैनूं जूनी मिलनी है। ये इदां प्रोसैस चलदा है, चेन सिस्टम है। जन्म, फिर कह देवां कर्म, कर्म तो बंधन, बंधन तो गां अगली जून तय हुंदी। एक सतगुरां दी अमृत बाणी दे विच भगत नामदेव जी का बचन आउंदा है, अरि बाई गोबिंद नाम मत बीसरै। उहदे विच बचन है, अंत काल जो लक्ष्मी सिमरै, ऐसी चिंता मह जे मरे। बचपन दे विच जन्म तो हौमे सी, छोटा जिहा बच्चा सी, रुपया नहीं सी किसी नूं दिंदा, बच्चे पैसे नूं नहीं हथ लाउण दिंदे। हौली हौली कर्म बन गया, पैसे कमाउण लग पिया। ओह कर्म जिहड़े ने बंधन बन गए। ज्यों ज्यों वड्डा हुंदा गया बैंक भरदा गया। बंधना ने की कीता, हुण इहनूं जून जिहड़ी सी कह लगे अंत काल जो लक्ष्मी सिमरै, ऐसी चिंता मैं जे मरे। सरप जोन वल वल आओ तरे। किहड़ी जून ने सुरता लिया के सप दी, क्योंकि सप दा माया नाल प्यार ज़्यादा है। तुरिया कित्थों सी? जन्म तो। जन्म तो कर्म बनया, कर्म तो बंधन बन गए। बंधना दे विच इन्ना क जकड़िया गया, सारी उम्र पैसा ही जोड़दा गया, पैसा ही जोड़दा गया। माया मनो ना विसरै, मांगै दम्मा दम, सो प्रभ चेतना आवई, नानक नहीं करम। सारी उम्र पैसा ही जोड़दा गया। पैसे ने जिहड़ा सी अखीरले समय च इहनूं अगली जून जिहड़ी सी ओहदी सप दी दे दित्ती। सतगुरु कह लगे विचों विचों बचले अंत काल जो मंदर सिमरै, प्रेत जोन वल वल आओ तरे। प्रेत कहंदे ने भूत नूं। सारी उम्र घर बनाउंदा रह गया, मैं घर वड्डा कर ला, होर वड्डा कर ला, होर वड्डा कर ला। बच्चा सी रेत दे घर बनाउंदा सी, ऐ बनाउंदे ना निक्के निक्के, हुण ते ना ते रेत दे ढेर लभदे ने, ना बच्चे घर बनाउंदे ने। ये हौली हौली बंधन बन गया, कर्म बनया, कर्म तो बंधन बन गया। घर दे विच सुरत रह गई। मरन लग्या, मरन लग्या भी बच्चों को कहता मैं अपने हत्थी बनाया सी, मेरे घर का ख्याल रखियो। सतगुरु कहते ख्याल तो बच्चे रखणगे, तू अगली जून प्रेत की तैयार कर ला अपनी। ये तरीके दे नाल चल रहा है। पर अखीर ते सतगुरां दी बाणी कहती अंत काल जो नारायण सिमरै। जे तू परमात्मा नूं किते सिमर लवे, इहदी जानकारी अगे आपां सांझी करांगे। अंत काल जो नारायण सिमरै, ऐसी चिंता मह जे मरे। कहन लगे बदत तरलोचन ते नर मुक्ता, पी तांबर वाकै हृदय बसे। सो मैं जिहड़ी बेनती कर रहा सा, सतगुरु बख्शिश करते हैं। कहते हौमे इहा जात है, कहते हौमे तेरे जन्म तो पैदा हुई है। हौमे कर्म कमाहे, तू जिन्ने भी कर्म करन दिया ना, ये आप कल इसका जिक्र कर चुके हैं जी। तू दान करदा है, पुण्य करदा है, पाप करदा है, चंगा करदा है, मंदा करदा है, जमदा है, मरदा है, जिन्ने भी कर्म ने सारे हौमे च हो रहे हैं। हौमे कर्म कमाहे, क्योंकि स्वाद तो बिना असीं कोई काम नहीं ना कर सकते। ਜਿਹੜੇ ਕੰਮ ਦਾ ਸਵਾਦ ਹੀ ਨਹੀਂ ਆ ਰਿਹਾ, ਤੁਹਾਨੂੰ रुचि नहीं हैगी, ਜਿਹਦੇ ਵਿੱਚ ਤੁਹਾਡਾ ਧਿਆਨ ਹੀ, ਉਹ ਕੰਮ ਕਦੀ नहीं ਹੋਵੇਗਾ। ਇੱਕ ਮਨੁੱਖ ਘਰ ਦੇ ਵਿੱਚ ਸਾਫ਼ ਸਫਾਈ ਕਰ ਰਿਹਾ, ਜੇ ਉਹ ਧਿਆਨ ਦੇ ਨਾਲ ਕਰੇ, ਇੱਕ ਸੁਆਣੀ ਘਰ ਦੀ ਸਫਾਈ ਧਿਆਨ ਨਾਲ ਰਵੇ ਤੇ ਵਿੱਥਾਂ ਦੇ ਵਿੱਚੋਂ ਵੀ ਕੂੜਾ ਨਿਕਲ ਜਾਂਦਾ ਹੈ। ਪਤਾ ਹੈ ਮੇਰਾ ਘਰ ਹੈ, रुचि नहीं हैगी ਤੇ ਫਰਸ਼ ਤੇ ਵੀ ਕਈ ਵਾਰੀ ਘੱਟਾ ਉੱਦਾਂ ਝਾਕਦਾ ਰਹਿੰਦਾ ਹੈ। ਆਖੇਗੇ ਤੇਰਾ ਧਿਆਨ ਕਿੱਥੇ ਸੀ? रुचि नहीं सी, ध्यान नहीं सी। जो ध्यान होवेगा कर्म उदों ही हुंदे ने। सतगुरु कह लगे हौमे कर्म कमाहे, मैं मेरी दे विच फस के कर्म कीते, उन्हां कर्मां तो हौमे एई बंधना, उन्हां कर्मां तो भलिया तेरे वास्ते सदा लई बड़े बड़े संगल तैयार हो गए। बंधन वज गए, माया दे बंधन, परिवार दा बंधन। वेखो एक तरह का बंधन नहीं है, जिथे मैं मेरी च तुहानूं स्वाद आउंदा वो तुहाडे लई बंधन ने, कित्थे भी आउंदा। मैं बड़ी बारी एक श्लोक अर्ज किया, फिर कर देना। कई बारी साडे मन च आउंदा जी मैं आ कर्म नहीं करता रब तक पहुँच जाएगा, मैं आ नहीं करता। एक एक कर्म असीं अपना गिणिया मिणिया हुंदा है। सतगुरां दी अमृत बाणी कहंदी है, कहण लगे रस सोयना रस रूपा कामन रस परमल की वास, रस सेजा रस घोड़े मंदर रस मिठा रस मास। कहंदे सुरत तेरी किन्ने बंधन तैयार करी फिरदी है। तेरा अपने हत्थ दे विच गोल्ड है। मैं उदन भी कहा सी बीबियां दे कन्नां दे विच कांटे ने, गणां दे विच चैनियां ने। सुरत उत्थे टिकी है। ये ना कि मैं बड़ा नितनेमी रब तक पहुँच जाएगा। सुरत तो तेरी सोने दे विच मरन लग्या, सोने च सुरत रही तो अगला जन्म तेनों जिहड़ा वो सप दा मिलना है। रस सोयना रस सोने दे विचों रस आ रहा है, रस रूपा चांदी चों रस आ रहा है, कामन इस्त्री चों रस आ रहा है, एक दूजे की बॉडी चों रस आ रहा है, परमल की वास सुगंधियां चों रस लै रहा, परफ्यूम दे विचों रस सेजा रस घोड़े मंदर
बड़ी वधिया वधिया तरह तरह के सेजा बदलता फिरदा है। घोड़े के अर्थ ऐतकी कर लिए आप वधिया वधिया गड्डियाँ। मंदिर का अर्थ है घर परिवार, घर जिहड़े कोठियाँ, रस मिठा खाण वाले मिठे पदार्थ, रस मास ते मांसाहारी जिहड़े खाने ने, इन्हां च सुरत टिकी हुई है। सतगुर कह लगे एतै रस शरीर के कै घट नाम निवास। इन्ना कुछ तू इकट्ठा करी फिरदा, नाम कित्थे टिक जेगा। इत्थे सतगुर कह लगे हौमे एई बंधना। आ बंधन ने सारे, सोने का बंधन सानू किते किते माया का बंधन है, किते कार का बंधन है, किते कोठी का बंधन है, किते परिवार का बंधन है, किते कुर्सी का बंधन है, किते प्रभुता का बंधन है, किते त्याग का भी बंधन है। सुनियो, एक मनुख माया का हंकार करे तो 100 वारी करे, उन्हें माया कमाई है। एक मनुख माया त्याग के उहदा ही हंकार करी फिरदा कि मैं माया त्याग दी है। ना त्यागे वाले च कोई फायदा है तो ना त्यागे वाले च, काम इक्को जिहा ही दोवां दा। फिर इनू मैं समझा देवां, एक मनुख पैसे जोड़ता है, मेहनत करता है, कमाई करता है, उन्हें अपने को 10 20 50 लाख रुपया इकट्ठा कर लिया, हंकार कर रहा है मैं इन्नी धन दौलत का, इन्नी संपत्ता का मालक हाँ, इन्नी संपत्ति है मेरी। उहदी सज़ा सेम है। दूजे पासे उन्हें सारा ही दान कर दिता, धन दौलत कर दी, घर परिवार दान कर दिता। फिर हंकार करके जंगल च बैठा कि मैं सारा कुछ त्याग है। सज़ा दोवां दी सेम है, काम तो दोवें इक्को जिहे हो गए ना। जहर खा लो तो भावें खीर जहर वाली खा लो, मर तो दोवें तरीक़े नाल जाना ना। आपां तुसीं छड्ड दिओ तां भी मरदे, जे ना छड्डिओ तां भी मरदे। हौमे छड्डनी सी। सतगुरां ने माया त्यागण नूं कदी नहीं कहा। गुरु घर दे विच माया त्यागण की कदी गल नहीं की। माया का मोह त्यागना है, जिहड़ी पकड़ है वो त्यागनी है, तू माया नहीं तगनी। सो रहो विचार। सतगुरु कह लगे हौमे यही बंधना। इन्हां चीज़ों ने बंधन बना दिते, संगल मार ले तेरे पैरों में वड्डे वड्डे। फिर जूनी पाहे, इन्हां चीज़ों ने गां जूनियां तैयार कर दित्तियां, तू वक्खो वक्ख जूनियां च पैन लगे। सतगुरु कह लगे हौमे कित्थों उपजै। ये एक सवाल है कि हौमे पैदा कित्थों होई। कित संयम, संयम का अर्थ होंदा तरीका। यह जाए कहते सतगुरु जी कृपा करके दसो कि यह हौमे पैदा कित्थों हो रही है तो ये किस तरीके दे नाल दूर होनी। ये दो अहम सवाल ने। इलाज उस बीमारी का किया जाता है जिस रोग का पता लग जाए। जिहदा रोग ही ना पता लगे, लक्षण ही ना जिहदे लभण, उहदा इलाज की करांगे। पहला इहदा रोग लभना पवेगा। ये पैदा कित्थों हो रही है, असल दे विच ये कित्थों आ रही है। हौमे कित्थों उपजे के किहड़ा राह है। कोई ना कोई जदी हौमे आ रही है। असी घर च सुते हुन्ने दिने, बाहर सूरज का चानन है तो बारियां अगे पर्दे कर दिते जाते हैं। फिर भी अख नूं माड़ी जी लाइट पै रही है। कित्थों पै रही है, कहते पर्दे का माड़ा जिहा एक पासे जगह छड्डी हुई, पर्दा बिल्कुल नाल करदे आउंदी आ रहा चानन, जगह लभ गई। तू ये वेख हौमे कित्थों आ रही है। तैनूं जिस दिन हौमे आउण दा तरीका लभ गया, फिर तू इनू दूर भजाउण दा भी तरीका लभ लवेंगा। कित संयम यह जाए। अगे सतगुरु कह लगे हौमे इहो हुक्म है, आज जिथों आ रही है। भय किरत फिराहे। इनू ध्यान ना समझियो। कहते हौमे इहो हुक्म है। कहते असल दे विच हौमे जिहड़ी है परमात्मा दे हुक्म दे नाल जीव दे विच आउंदी है। देखो मैं आरंभ च कहना बड़ी गुंझलदार जी गल है। हौमे किसी ने नहीं पाई, खुद परमात्मा ने पाके भेजी है। हौमे इहो हुक्म है, पया किरत फिराहे। कहते परमात्मा के हुक्म के नाल तेरे अंदर हौमे। असल दे विच हौमे माड़ी नहीं सी। जिवें मैं आरंभ च कहा हौमे पैदाइश सी, हौमे उत्पत्ति, हौमे जिहड़ी तरक्की का जिहड़ा सी टैक्नोलॉजी का एक साधन सी। इहों कह लीए कि हौमे परमात्मा ने जिहड़ी सी सानू खुल दित्ती हुई सी। भलिया तू अपनी मर्जी भी कर सकदा है तो मेरी मर्जी भी मन सकदा है। जे तू आखे प्रभु तू है, जे तू ते आ जाएगा तो तेरे काम मैं कर देंगा। जे आखेगा मैं आ, फिर अपने काम आपे करदा फिरी। सौखा जिहा समझण दा तरीका है। परमात्मा ने खुल दित्ती हुई है। हौमे इहो हुक्म है। उन्हें हुक्म बना दिता, रूल बना दिता। तू इनू फॉलो कर ना फॉलो कर, ये तेरे ते डिपेंड है। फॉलो करेंगा तो आ चीज़ां ने, ना फॉलो करेंगा तो आ चीज़ां ने। अच्छे
सड़क क्रॉस करते हैं 3 लाइटां ने, रैड है, येलो है, ग्रीन है। फॉलो करेगा बच जाएगा, ना करेगा चलान कटा लेगा। तेरे तू आज़ाद है ना, तेन गड्डी कोई ब्रेक थोड़ी मारनी, ब्रेक तेरे कोल है, ब्रेक तू लाउनी है रेड लाइट ते। जे तू तोड़ दी गांह फिर कानून बैठा होया, उन्हें तेन गांह नहीं वधन देना चौंक तो। ये तेरे ते है हौमे इहो हुक्म, उन्हें हुक्म नाल ला के ना, परमात्मा ने हुक्म दे नाल ला के जिहड़ी हौमे भेज दिती। मनुख की करदा पिया किरत फिराहे, किरत का अर्थ है कीते हुए काम। ये जिहड़े पहले काम करदा सी ना, उन्हां कामां मुताबक ही गांह गांह हौमे वधाई जा रहा, परमात्मा नूं भुल के बैठ गया। बच्चा सी कहंदा सी सारा कुछ मेरा है, वड्डा हो के भी कहंदा सारा कुछ मेरा है। मस्कीन जी कहंदे हुंदे सन, जिहड़ा बच्चा जमदियां माँ तो गल शुरू करके मरन लग्या वाहिगुरू कह देवे उहदी जीवन यात्रा सफल है। पर अज मनुख जमदियां माँ कह के मरदा है, हाय कह के मरदा है, ये सारा कुछ खत्म करके चलिया जाता है। मर लगे हाय हाय करदा है ना। जे तू गुरु गुरु जप्या हुंदा ते माँ तो जीवन आरंभता सी ते वाहिगुरू ते जाके समाप्ति सी। सतगुरु कहंदे तू हाय हाय दे विच फस गया। कहन लगे पापी कर्म कमावदे की करदे जी, करदे हाय हाय, विलकदे पए ने बेचारे। की करिए हुण, क्यों हाय हाय करदे? क्योंकि गुरु अंगद देव जी कह रहे पिया किरत फिराहे, अपनी पहला लीक खिंच ली, उसे दे विच फस के गां गां काम करी जाने। एक मकड़ी जाला बुनदी है, मकड़ी जाला बुनदी बुनदी उहदे विच आप ही फस जाती है। जिन्हों बजुर्ग साडे कहंदे आपे फस लईए तैनूं कौन छडावे, अपने हत्थी तैयार करके आप ही उहदे विच फस के बैठ गई। असी आप ही हौमे दे नाल बंधन बनाए ते आप ही उहदे विच फस गए। कह लगे हौमे हुक्म तो पैदा होई सी, हौमे इहो हुक्म है पिया किरत फिराहे, मनुख इहदे विच ही काम करदा रहा। हुण जानी किदां? सतगुर कह लगे हौमे दीर्घ रोग है। दीर्घ कहंदे लंबा चलन वाला, कहंदे ये बड़ा भयानक रोग है, पर इन्ना भयानक नहीं कि इहदा इलाज कोई ना हो सके। ये लाइलाज बीमारी नहीं, इहदा इलाज है। हौमे दीर्घ रोग है, बड़े बड़े रोग लंबे होंदे ने, उन्हां दा इलाज हो जाता। कई दवाइयां लंबा समा चलदियां, डॉक्टर कहंदे ने 2-4 महीने का कोर्स है, कर लवेगा ये रोग तो, इस बीमारी तो खैड़ा छुट जाएगा तेरा। हौमे दीर्घ रोग है। पर की दारू पी इस माहे, दारू का अर्थ है दवाई, कहंदे दवाई भी इहदे विच ही पा के रखी हुई है परमात्मा ने। परमात्मा ने जो हौमे पैदा की उहदे विच ही दारू है। इनू समझण वास्ते हौमे कित्थों पैदा हुई? मैं तो हुई, जानी किदां है? मैं नूं कन्वर्ट कर दे तूं दे विच। तू कहना मेरा घर है, कह प्रभु जी तेरा दिता होया है, फर्क तो इन्ना की सी ना। तू कहना मेरा परिवार है, कह नहीं मौला ये तेरे दिते हुए बच्चे ने। तू कहना नौकरी मैं लई है, तू कह नहीं गुरु की दात है, गावे को दात जाने निशान। तू गुरु तो सिख, अगे आना है कि हौमे जे कृपा करे जे अपनी गुरु का शब्द कमाए। गुरु के शब्द नूं वेख सही गुरु कहंदा की है। गुरु साहब ने किसी चीज़ नूं मना नहीं किया। इतों तक भाई गुरदास जी ने लिखा कि सगल धर्म है गृहस्थ प्रधान है, परिवार बनाना विआह करन नूं भी प्रधानता दी है गुरु साहब ने। पर सारा कुछ करके इको गल आखी कि पातशाह कहो नानक सब तेरी वडियाई, कोई नाओ ना जाने मेरा। जे तेनों प्रभता मिलती है कह धन गुरु नानक तेरी कृपा की प्रभता है, पर तू तो कहना मेरे वर्गा बंदा ही कोई नहीं। जे तेनों मान वडियाई मिलती है, जे 4 टके मिलते हैं, जे रब ने खुशहाली दी, परिवार दिता है, तो उस परमात्मा का शुक्र कर। सतगुरु कहणगे हौमे दीर्घ रोग है, दारू पी इस माहे। पुराने समय च ना एक संखिया हुंदा सी, वो इन्ना सौखा कर लीए जहर कह लीए, उन्होंने संखिए नूं कच्चा खाओगे ना तो बंदा मर जाता है। हुण उसे संखिए नूं तोड़ के तुसी किसी वैद दे कोल लै जाओ, हकीम दे कोल लै जाओ, वो की करदा जी संखिए दे विच मसाले पा के उन्होंने चंगी तरह कुट के उहदा कुस्ता बना दिंदा है। वो कुस्ता बना के निक्कियां निक्कियां गोलियां बन जांदियां ने। जिहड़ा जहर सी उसे जहर तो दवाई बना के कहंदा लै तैनूं इह तों कई रोगां तो जिहड़ा सी आराम मिलेगा। बस आ मसला सी समझण दा। मनुख कित्थे फसिया होया है? 2 शब्द ने कह के मैं समाप्ति वाल आवां। एक है मान, आपां मान च ही फसे हुए हैं ना। मान का की है? मम्मे नूं कन्ना ते नन्ना मान, मैं मान च फसे, मेरा मान होना चाहिए है। मान का अर्थ हंकार कर ले, जिहदी आपां गल सांझी कर रहे हैं। इनू घुमा दिओ की बन जाएगा?
नाम घुमा दिओ। मां मम्मे नूं कन्ना ते नन्ना मान ते नन्ने नूं कन्ना ते मम्मा की बन गया नाम। जिथे तू कहना मैनू मान होना चाहिए, मेरा हंकार है, उत्थे तू परमात्मा का नाम लैना चालू कर दे। ये हौमे ही जिहड़ा दारू बन जाएगा, दवाई बन जाएगा। सतगुरु कह लगे हौमे दीर्घ रोग है, कहते बड़ा भयानक रोग है, पर डरन की कोई लोड़ नहीं। दारू पी इस माहे, किरपा करे जे अपनी तो गुर का शब्द कमाहे। जे गुरु किरपा करे तो मनुख उहदे शब्द नूं कमा के ते इस तो बच सकता है। नानक कहे सुनो जनो इत संजम दुख जाए। सतगुरु कहते नाम जपन दे इस तरीके दे नाल जिहड़ा है ये हौमे का रोग खत्म हो सकता है। समय की समाप्ति है। अखीरलियां पंक्तियां दे अखरी अर्थ कीते ने। हौमे दीर्घ रोग है दारू पी इस माही। इस तो आप विचार कल फिर शुरू करके थोड़ा जिहा ध्यान नाल समझांगे, वेखण दा यतन करांगे कि किरपा करे अपनी गुर का शब्द कमाहे है कि किवें शब्द नूं कमा के मनुख हौमे तो बचदा। इहदी विचार कल नूं। इन्नियां बेनतियां प्रवान होईयां, भुलां गलतियां दी खिमा। आओ पावन पंक्तियां दा जाप सरवण करके समाप्ति करिए। किरपा करे जे अपने ता गुर का शब्द कमाहे। नानक कहे सुनो जनो इत संजम दुख जाहे। वाहिगुरु जी का खालसा वाहिगुरु